ਇੱਕ ਗੁਰਸਿੱਖ ਪਿਆਰੇ ਸੱਜਣ ਨੇ ਪੁੱਛਿਆ, ਉਹ ਕਹਿੰਦੇ ਕਿ ਇਹ ਤੇ ਸਮਝ ਪੈਂਦੀ ਹੈ ਕਿ ਆਪਾਂ ਕਰਮਾਂ ਕਰਕੇ ਬੁਰਾ ਕਰਦੇ ਹਾਂ, ਅਗਲੇ ਨੂੰ ਤਕਲੀਫ ਹੁੰਦੀ ਹੈ। ਤੇ ਇਹ ਵੀ ਸਮਝ ਪੈਂਦੀ ਹੈ ਕਿ ਬੋਲਾਂ ਕਰਕੇ ਵੀ ਅਗਰ ਆਪਾਂ ਬੁਰਾ ਬੋਲਦੇ ਹਾਂ ਤਾਂ ਅਗਲੇ ਬੰਦੇ ਨੂੰ ਤਕਲੀਫ ਹੁੰਦੀ ਹੈ। ਪਰ ਇਹ ਸਮਝ ਨਹੀਂ ਪੈ ਰਹੀ ਕਿ ਆਪਾਂ ਮਨ ਕਰਕੇ ਕੈਸੇ ਕਿਸੇ ਦਾ ਬੁਰਾ ਕਰ ਸਕਦੇ ਹਾਂ। ਆਮ ਤੌਰ 'ਤੇ ਗੱਲ ਕਹੀ ਜਾਂਦੀ ਹੈ ਵੀ ਕਰਮਾਂ ਕਰਕੇ ਬੁਰਾ ਨਾ ਕਰੋ, ਬਚਨਾ ਕਰਕੇ ਬੁਰਾ ਨਾ ਕਰੋ ਅਤੇ ਮਨ ਕਰਕੇ ਕਿਸੇ ਦਾ ਬੁਰਾ ਨਾ ਕਰੋ। ਤੋ ਸਵਾਲ ਕੀ ਹੈ ਕਿ ਮਨ ਕਰਕੇ ਆਪਾਂ ਕਿਸੇ ਦਾ ਬੁਰਾ ਕੈਸੇ ਕਰਦੇ ਹਾਂ। ਤੋ ਗੁਰਮੁਖ ਪਿਆਰਿਓ, ਅਸਲ ਮਾਇਨਿਆਂ ਦੇ ਅੰਦਰ ਜਿਹੜੀ ਸ਼ੁਰੂਆਤ ਹੈ ਨਾ, ਉਹ ਮਨ ਤੋਂ ਹੀ ਹੁੰਦੀ ਹੈ। ਜੈਸੇ ਕੋਈ ਵੀ ਰੁੱਖ ਜਿਹੜਾ ਨਾ, ਉਹ ਬੀਜ ਤੋਂ ਬਿਨਾਂ ਨਹੀਂ ਹੋ ਸਕਦਾ। ਕੋਈ ਵੀ ਰੁੱਖ ਜਿਹੜਾ ਹੈ ਉਹ ਬੀਜ ਤੋਂ ਬਿਨਾਂ ਹੋ ਸਕਦਾ। ਰੁੱਖ ਹੁੰਦਾ ਹੀ ਤਾਂ ਹੈ ਕਿਉਂਕਿ ਉਹਦਾ ਬੀਜ ਬੀਜਿਆ ਗਿਆ ਸੀ। ਇਸੇ ਤਰ੍ਹਾਂ ਕੋਈ ਵੀ ਕਰਮ ਜਿਹੜਾ ਹੈ ਉਹ ਬੀਜ ਤੋਂ ਬਿਨਾਂ, ਭਾਵ ਬੀਜ ਕੀ ਹੈ? ਸਾਡਾ ਮਨ, ਸਾਡੇ ਵਿਚਾਰ। ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਜੋ ਜੀਉ ਹੋਏ ਸੋ ਉਗਵੈ। ਜੋ ਜੀ ਹੋਏ ਸੋ ਉਗਵੈ, ਮਾਫ ਕਰਨਾ, ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਇਆ ਵਾਓ। ਕਿ ਜੋ ਤੁਹਾਡੇ ਜੀਓ 'ਚ ਹੈ ਉਹ ਉੱਗੇਗਾ। ਇੱਕ ਕਿਤਾਬ ਮੈਂ ਪੜ੍ਹ ਰਿਹਾ ਸੀ, ਜੇਮਸ ਏਲਨ ਦੀ ਐਜ਼ ਯੂ ਥਿੰਕ। ਔਰ ਜਦੋਂ ਮੈਂ ਉਸ ਕਿਤਾਬ ਨੂੰ ਪੜ੍ਹ ਰਿਹਾ ਸੀ ਤੇ ਉਸ ਕਿਤਾਬ ਨੂੰ ਪੜ੍ਹਦਿਆਂ ਮੈਨੂੰ ਐਸਾ ਪ੍ਰਤੀਤ ਹੋ ਰਿਹਾ ਸੀ ਕਿ ਇਹ ਜੇਮਸ ਏਲਨ ਜੋ ਹੈ ਇਹ ਵਿਆਖਿਆ ਕਰ ਰਿਹਾ ਹੈ ਗੁਰੂ ਅੰਗਦ ਮਹਾਰਾਜ ਜੀ ਦੇ ਸ਼ਲੋਕ ਦੀ। ਕਿਹੜੇ ਸ਼ਲੋਕ ਦੀ? ਜੋ ਜੀ ਹੋਏ ਸੋ ਉਗਵੈ। ਉਸ ਦੇ ਅੰਦਰ ਬੜੀ ਬਾਖੂਬੀ, ਬੜੇ ਪਿਆਰੇ ਢੰਗ ਨਾਲ ਇਸ ਗੱਲ ਨੂੰ ਉਹ ਬਿਆਨ ਕਰਦਾ। ਤੁਹਾਨੂੰ ਇੱਕ ਕਿਤਾਬ ਹੱਥ ਲੱਗੇ ਤੇ ਤੁਸੀਂ ਇਹ ਕਿਤਾਬ ਪੂਰੀ ਜ਼ਰੂਰ ਪੜ੍ਹਿਓ। ਔਰ ਉਸ ਕਿਤਾਬ ਦੇ ਅੰਦਰ ਉਹ ਆਦਿ ਤੋਂ ਲੈ ਕੇ ਅੰਤ ਤੱਕ ਇਸੇ ਗੱਲ ਤੇ ਚਰਚਾ ਕਰਦਾ ਹੈ ਕਿ ਜੋ ਤੁਸੀਂ ਸੋਚਦੇ ਹੋ ਉਹੀ ਹੋ, ਔਰ ਜੈਸਾ ਤੁਸੀਂ ਸੋਚਦੇ ਹੋ ਵੈਸੇ ਹੀ ਤੁਸੀਂ ਬਣ ਜਾਂਦੇ ਹੋ। ਔਰ ਇਸ ਸੰਸਾਰ ਦੇ ਅੰਦਰ ਗੁਰਮੁਖ ਪਿਆਰਿਓ, ਕੋਈ ਵੀ ਚੀਜ਼ ਹੈ ਉਹ ਦੋ ਵਾਰਾਂ ਬਣਦੀ ਹੈ। ਇੱਕ ਰਾਂ ਤੁਹਾਡੇ ਮਨ 'ਚ ਬਣਦੀ ਹੈ ਅਤੇ ਇੱਕ ਰਾਂ ਫਿਰ ਉਹਨੂੰ ਸਾਕਾਰ ਰੂਪ ਮਿਲਦਾ ਹੈ। ਜੈਸੇ ਕੋਈ ਵੀ ਚੀਜ਼ ਹੈ, ਕੋਈ ਵੀ ਚੀਜ਼ ਆਪਾਂ ਲੈ ਲਈਏ, ਜੋ ਵੀ ਤੁਹਾਨੂੰ ਪ੍ਰੋਕਸ਼ ਰੂਪ ਦੇ ਅੰਦਰ ਦਿਖਾਈ ਦਿੰਦੀ ਹੈ, ਕਦੀ ਨਾ ਕਦੀ ਉਹ ਕਿਸੇ ਦੇ ਮਨ 'ਚ, ਕਿਸੇ ਦੇ ਵਿਚਾਰਾਂ 'ਚ, ਕਿਸੇ ਦੇ ਹਿਰਦੇ ਦੇ ਅੰਦਰ ਉਹ ਬਣੀ। ਉਸ ਤੋਂ ਬਾਅਦ ਉਸਨੇ ਉਸਨੂੰ ਪ੍ਰਗਟ ਰੂਪ, ਪ੍ਰੋਕਸ਼ ਰੂਪ ਜਿਹੜਾ ਹੈ ਉਹ ਦੇ ਦਿੱਤਾ। ਇਸੇ ਤਰ੍ਹਾਂ ਕੋਈ ਵੀ ਕਰਮ ਜਿਹੜਾ ਹੈ ਉਹ ਵਿਚਾਰਾਂ ਤੋਂ ਬਿਨਾਂ ਨਹੀਂ ਹੈ। ਪਹਿਲਾਂ ਤੁਹਾਡੇ ਮਨ 'ਚ ਬਣਦਾ, ਫਿਰ ਉਸ ਨੂੰ ਆਪਾਂ ਕਰਮ ਰੂਪ ਦੇ ਦਿੰਦੇ ਹਾਂ। ਉਹ ਚਾਹੇ ਚੰਗਾ ਹੈ ਚਾਹੇ ਬੁਰਾ ਹੈ। ਜੋ ਜੀ ਹੋਏ ਸੋ ਉਗਵੈ। ਗੁਰੂ ਸਾਹਿਬ ਜੀ ਕਹਿੰਦੇ ਜੋ ਤੁਹਾਡੇ ਅੰਦਰ ਹੈ ਉੱਗੇਗਾ ਉਹ। ਹੁਣ ਆਪਾਂ ਦੇਖਣਾ ਵੀ ਅੰਦਰ ਹੈ ਕੀ ਹੈ। ਸਵਾਲ ਸੀਗਾ ਕਿ ਆਪਾਂ ਮਨ ਕਰਕੇ ਬੁਰਾ ਕੈਸੇ ਕਰਦੇ ਹਾਂ। ਦੇਖੋ, ਅਗਰ ਮਨ ਕਰਕੇ ਬੁਰਾ ਨਹੀਂ ਕਰਦੇ ਤਾਂ ਗੁਰੂ ਸਾਹਿਬ ਜੀ ਕਦੀ ਵੀ ਸਾਨੂੰ ਇਹ ਗੱਲ ਨਾ ਕਹਿੰਦੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਤੋ ਦੇਖੋ, ਪਰਾਏ ਦਾ ਬੁਰਾ ਤੇ ਸਾਡੇ ਮਨ ਦੇ ਅੰਦਰ ਚੱਲਦਾ ਹੈ। ਤੇ ਇਹ ਕੰਮ ਕੈਸੇ ਕਰਦਾ? ਇੱਕ ਛੋਟੀ ਜਿਹੀ ਕਹਾਣੀ ਮੈਂ ਆਪ ਜੀ ਨੂੰ ਸੁਣਾਉਂਦਾ, ਇਹਦੇ ਨਾਲ ਇਹ ਗੱਲ ਜਿਹੜੀ ਹੈ ਜ਼ਿਆਦਾ ਸਮਝ 'ਚ ਪੈ ਗਈ, ਉਹ ਪਕੜ 'ਚ ਆਏਗੀ। ਕਹਿੰਦੇ ਕੋਈ ਰਾਜਾ ਸੀਗਾ ਔਰ ਉਹ ਅਖੀਰਲੇ ਸਮੇਂ 'ਤੇ ਸੀਗਾ, ਉਹ ਮਰਨ ਵਾਲਾ ਸੀਗਾ। ਔਰ ਕਾਫੀ ਉਹਦਾ ਇਲਾਜ ਕੀਤਾ, ਕਿਉਂਕਿ ਰਾਜਾ ਸੀਗਾ ਤਾਂ ਡਾਕਟਰਾਂ ਦੀ, ਵੈਦਾਂ ਦੀ, ਹਕੀਮਾਂ ਦੀ ਉਹਨੂੰ ਕੋਈ ਘਾਟ ਨਹੀਂ ਸੀ ਹੈਗੀ। ਪਰ ਅਖੀਰ ਸਾਰੇ ਡਾਕਟਰਾਂ ਤੇ ਵੈਦਾਂ ਨੇ ਉਹਨੂੰ ਜਵਾਬ ਦੇ ਦਿੱਤਾ ਔਰ ਅਖੀਰ ਇਹ ਗੱਲ ਕਹਿ ਦਿੱਤੀ ਕਿ ਰਾਜਾ ਨਹੀਂ ਬਚਣ ਵਾਲਾ। ਤਾਂ ਹੁਣ ਇਹ ਗੱਲ ਜਿਹੜੀ ਹੈ ਹੌਲੀ ਹੌਲੀ ਸਾਰੇ ਨਗਰ ਦੇ ਅੰਦਰ, ਨੇੜੇ ਤੇੜੇ ਦੇ ਇਲਾਕਿਆਂ 'ਚ ਫੈਲ ਗਈ ਕਿ ਰਾਜਾ ਸੰਸਾਰੀ ਯਾਤਰਾ ਪੂਰੀ ਕਰਨ ਵਾਲਾ ਹੈ। ਹੁਣ ਉਸੇ ਨਗਰ ਦਾ ਇੱਕ ਲੱਕੜਹਾਰਾ, ਜਿਹੜਾ ਲੱਕੜਾਂ ਦਾ ਕੰਮ ਕਰਦਾ ਸੀ, ਉਹਨੂੰ ਵੀ ਇਸ ਗੱਲ ਦੀ ਖਬਰ ਮਿਲ ਗਈ ਕਿ ਰਾਜਾ ਜਾਣ ਵਾਲਾ ਹੈ। ਤਾਂ ਉਸਨੇ ਸੋਚਿਆ ਵੀ ਜੇਕਰ ਰਾਜਾ ਮਰ ਜਾਂਦਾ ਹੈ ਤੇ ਉਸ ਦਾ ਦਾਹ ਸੰਸਕਾਰ ਆਮ ਲੱਕੜਾਂ ਨਾਲ ਨਹੀਂ ਕੀਤਾ ਜਾਏਗਾ, ਉਹਦਾ ਸੰਸਕਾਰ ਤੇ ਹੋਏਗਾ ਚੰਦਨ ਦੀਆਂ ਲੱਕੜਾਂ ਨਾਲ। ਤੇ ਲੱਕੜਾਂ ਮੇਰੇ ਕੋਲ ਹੀ ਜਾਣੀਆਂ ਨੇ, ਮੇਰੇ ਕੋਲ ਆਉਣਗੇ ਤੇ ਲੱਕੜਾਂ ਮੇਰੇ ਕੋਲ ਹੈ ਕੋਈ ਨਹੀਂ, ਮੈਂ ਕਿੱਥੋਂ ਦਿਆਂਗਾ ਜਦੋਂ ਮੇਰੇ ਪਾਸ ਲੱਕੜਾਂ ਹੈ ਹੀ ਨਹੀਂ। ਔਰ ਜੇਕਰ ਮੇਰੇ ਕੋਲੋਂ ਲੱਕੜਾਂ ਨਹੀਂ ਮਿਲਦੀਆਂ ਤੇ ਫਿਰ ਨਾਲ ਦੇ ਰਾਜ ਤੋਂ ਲੱਕੜਾਂ ਆਉਣਗੀਆਂ ਤੇ ਲਾਭ ਸਾਰਾ ਜਿਹੜਾ ਨਾ ਉਸ ਨੂੰ ਹੋ ਜਾਏਗਾ। ਤਾਂ ਕੀ ਕੀਤਾ ਜਾਏ?
ਹੁਣ ਉਹਦੇ ਕੋਲ ਇੰਨਾ ਪੈਸਾ ਵੀ ਨਹੀਂ ਸੀ, ਕਿਉਂਕਿ ਹੁਣ ਹੀ ਉਹਨੇ ਇੱਕ ਬਹੁਤ ਉੱਚੀ ਇਮਾਰਤ ਬਣਵਾਈ ਸੀ ਆਪਣੇ ਘਰ ਵਾਸਤੇ। ਆਪਣਾ ਘਰ ਬਹੁਤ ਉੱਚਾ ਬਣਾਇਆ ਸੀਗਾ ਰਹਿਣ ਵਾਸਤੇ। ਤੇ ਹੁਣ ਪੈਸਾ ਕਿਵੇਂ ਆਵੇ? ਤੋ ਉਸਨੇ ਸੋਚਿਆ ਵਿਚਾਰਿਆ, ਔਰ ਅਖੀਰ ਉਹ ਇਸ ਰਿਜ਼ਲਟ 'ਤੇ ਪਹੁੰਚਿਆ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ, ਆਪਣਾ ਘਰ ਗਿਰਵੀ ਰੱਖ ਦਿੰਦੇ ਹਾਂ, ਗਹਿਣੇ ਰੱਖ ਦਿੰਦੇ ਹਾਂ, ਪਤਨੀ ਦੇ ਜਿਹੜੇ ਸੋਨੇ ਦੇ ਗਹਿਣੇ ਨੇ ਉਹਨਾਂ ਨੂੰ ਆਪਾਂ ਗਿਰਵੀ ਰੱਖ ਦਿੰਦੇ ਹਾਂ, ਅਤੇ ਇਸ ਤਰ੍ਹਾਂ ਪੈਸਾ ਇਕੱਠਾ ਕਰ ਲੈਂਦੇ ਹਾਂ। ਕਿਉਂਕਿ 2-3 ਦਿਨਾਂ ਦੀ ਗੱਲ ਹੈ, ਜੈਸੇ ਹੀ ਰਾਜਾ ਮਰ ਜਾਂਦਾ, ਲੱਕੜਾਂ ਵਿਕ ਜਾਣੀਆਂ ਨੇ, ਅਤੇ ਜਿਹੜਾ ਲਾਭ ਹੋਏਗਾ ਉਹ ਜੇਬ ਵਿੱਚ ਪੈ ਜਾਏਗਾ, ਅਤੇ ਬਾਕੀ ਦਾ ਜਿਹੜਾ ਅਸੀਂ ਗਿਰਵੀ ਰੱਖਿਆ ਸਮਾਨ ਉਹ ਛੁਡਾ ਲਾਂਗੇ। ਤਾਂ ਹੁਣ ਇਹ ਵਿਚਾਰ ਕਰਕੇ ਉਸਨੇ ਆਪਣੀ ਪਤਨੀ ਨਾਲ ਗੱਲ ਕੀਤੀ, ਅਤੇ ਉਹ ਪਤਨੀ ਵੀ ਰਾਜੀ ਹੋ ਗਈ। ਸੋ ਖੈਰ ਉਸਨੇ ਸਾਰਾ ਕੁਝ ਗਿਰਵੀ ਰੱਖਿਆ, ਔਰ ਲੱਕੜਾਂ ਲੈਣ ਵਾਸਤੇ ਉਹ ਸ਼ਹਿਰ ਚਲੇ ਗਿਆ, ਦੂਜੇ ਨਗਰ ਚਲੇ ਗਿਆ। ਤਾਂ ਉੱਥੋਂ ਲੱਕੜਾਂ ਲੈ ਕੇ ਜਦੋਂ ਆਇਆ ਹੈ, ਅਤੇ ਰਸਤੇ ਸੋਚਦਾ ਰਿਹਾ ਵੀ ਜਾਂਦਿਆਂ ਨੂੰ ਖਬਰ ਮਿਲ ਹੀ ਜਾਣੀ ਹੈ ਕਿ ਰਾਜਾ ਮਰ ਗਿਆ ਹੈ, ਤੋ ਜਾਂਦੀ ਮੇਰੀਆਂ ਲੱਕੜਾਂ ਵਿਕ ਜਾਣੀਆਂ ਨੇ। ਸੋ ਖੈਰ ਜਦੋਂ ਨਗਰ 'ਚ ਪ੍ਰਵੇਸ਼ ਹੁੰਦਾ ਹੈ, ਅਤੇ ਸਭ ਤੋਂ ਪਹਿਲਾਂ ਉਹਨੂੰ ਜਿਹੜਾ ਬੰਦਾ ਮਿਲਦਾ ਨਾ, ਉਹਨੂੰ ਪੁੱਛਦਾ, ਹਾਂ ਵੀ ਰਾਜਾ ਹੈ ਕਿ ਮਰ ਗਿਆ? ਤਾਂ ਉਹ ਕਹਿੰਦਾ ਕਿ ਨਹੀਂ ਅਜੇ ਹੈ। ਤਾਂ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ, ਹੁਣ ਨਹੀਂ ਮਰਿਆ ਤੇ ਸ਼ਾਮ ਨੂੰ ਮਰ ਜਾਏਗਾ। ਤਾਂ ਹੁਣ ਜਦੋਂ ਸ਼ਾਮ ਪੈਂਦੀ ਹੈ, ਤਾਂ ਉਹ ਫਿਰ ਕਿਸੇ ਤੋਂ ਪੁੱਛਦਾ ਵੀ ਰਾਜਾ ਮਰ ਗਿਆ ਕਿ ਹੈ? ਤਾਂ ਅੱਗੋਂ ਜਵਾਬ ਮਿਲਦਾ ਕਿ ਨਹੀਂ ਅਜੇ ਰਾਜਾ ਹੈ। ਤਾਂ ਉਹ ਸੋਚਦਾ ਹੈ ਮਾਣੀ ਮਨ, ਚਲੋ ਕੋਈ ਗੱਲ ਨਹੀਂ, ਹੁਣ ਹੈ ਤੇ ਸਵੇਰੇ ਮਰ ਜਾਏਗਾ। ਤਾਂ ਹੁਣ 1 ਦਿਨ 2 ਦਿਨ ਉਹ ਸਵੇਰੇ ਸ਼ਾਮ ਇਸ ਤਰ੍ਹਾਂ ਹੀ ਲੰਘਾਉਂਦਾ ਹੈ ਵੀ ਹੁਣ ਮਰੇਗਾ, ਸ਼ਾਮ ਨੂੰ ਮਰੇਗਾ, ਕੱਲ੍ਹ ਮਰੇਗਾ, ਪਰਸੋਂ ਮਰੇਗਾ। ਤਾਂ ਹੁਣ ਉਹਦੇ ਮਨ ਦੇ ਅੰਦਰ ਹੀ ਚੱਲਦਾ ਰਹਿੰਦਾ ਸਾਰਾ ਦਿਨ ਵੀ ਰਾਜਾ ਕਦੋਂ ਮਰੇ ਤੇ ਕਦੋਂ ਲੱਕੜਾਂ ਵਿਕਣ। ਗੁਰਮੁਖ ਪਿਆਰਿਓ, ਹੋਇਆ ਕਿ ਰਾਜਾ ਠੀਕ ਹੋਣਾ ਸ਼ੁਰੂ ਹੋ ਗਿਆ। 1 ਹਫ਼ਤੇ ਬਾਅਦ ਪਤਾ ਲੱਗਾ ਕਿ ਰਾਜਾ ਹੁਣ ਠੀਕ ਹੈ। ਤਾਂ ਜਦੋਂ ਇਹਨੂੰ ਪਤਾ ਲੱਗਾ ਵੀ ਰਾਜਾ ਠੀਕ ਹੋ ਗਿਆ, ਤੇ ਇਹਦੇ ਲਈ ਤਾਂ ਦਿੱਕਤ ਬਣ ਗਈ। ਬਈ ਹੁਣ ਲੱਕੜਾਂ ਕਿੱਥੋਂ ਵਿਕਣਗੀਆਂ, ਕੈਸੇ ਵਿਕਣਗੀਆਂ? ਹੁਣ ਇੰਨੀਆਂ ਕੀਮਤੀ ਲੱਕੜਾਂ ਨੇ, ਕੌਣ ਉਹਨਾਂ ਨੂੰ ਖਰੀਦੇਗਾ? ਤਾਂ ਹੁਣ ਇਹਨੇ ਸਿੱਧੇ ਪੱਧਰ ਦੀ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਵੀ ਪਰਮਾਤਮਾ ਰਾਜੇ ਨੂੰ ਸੰਭਾਲ ਲੈ, ਮੇਰੀਆਂ ਲੱਕੜਾਂ ਨਹੀਂ ਵਿਕਣੀਆਂ। ਤਾਂ ਹੁਣ ਰਾਜਾ ਤੇ ਇਹਨੂੰ ਨਹੀਂ ਜਾਣਦਾ, ਨਾ ਰਾਜੇ ਨੂੰ ਪਤਾ ਹੈ ਵੀ ਕੌਣ ਮੇਰੇ ਲਈ ਕੀ ਮਨ 'ਚ ਵਿਚਾਰ ਰੱਖਦਾ ਪਿਆ। ਪਰ ਜੈਸੇ ਹੀ ਰਾਜਾ ਠੀਕ ਹੁੰਦਾ ਹੈ, ਉਹਨੂੰ ਕਾਫੀ ਮਹੀਨੇ ਹੋ ਗਏ ਸੀ ਮੰਜੇ 'ਤੇ ਪਏ ਹੋਏ, ਅਤੇ ਗੁਰਮੁਖ ਪਿਆਰਿਓ ਨੇ ਆਪਣੇ ਵਜ਼ੀਰ ਨੂੰ ਕਿਹਾ ਵੀ ਹੁਣ ਮੈਂ ਠੀਕ ਹਾਂ, ਅਤੇ ਮੈਂ ਚਾਹੁੰਦਾ ਕਿ ਮੈਂ ਆਪਣੇ ਰਾਜ ਦਾ ਹਾਲ ਚਾਲ ਦੇਖਾਂ, ਲੋਕਾਂ ਨੂੰ ਮਿਲਾਂ, ਅਤੇ ਇਸ ਤਰ੍ਹਾਂ ਕਰ, ਤੂੰ ਤਿਆਰੀ ਕਰਵਾ ਪਾਲਕੀ ਦੀ, ਅਤੇ ਮੈਂ ਆਪਣੇ ਨਗਰ 'ਚ ਦੇਖਣਾ ਚਾਹੁੰਦਾ, ਨਗਰ ਦਾ ਗੇੜਾ ਕੱਢਣਾ ਚਾਹੁੰਦਾ। ਤਾਂ ਪਾਲਕੀ ਤਿਆਰ ਹੋ ਗਈ ਅਤੇ ਰਾਜਾ ਬੈਠ ਗਿਆ। ਹੁਣ ਰਾਜਾ ਜਿਸ ਵੇਲੇ 4 ਚੁਫੇਰੇ ਨਗਰ ਦੇ ਘੁੰਮਦਾ, ਅਤੇ ਜਦੋਂ ਉਸ ਲੱਕੜਹਾਰੇ ਦਾ ਘਰ ਆਉਂਦਾ ਨਾ, ਉੱਥੇ ਆ ਕੇ ਰਾਜਾ ਕਹਿੰਦਾ ਇੱਥੇ ਆ ਗੱਡੀ ਰੋਕੋ। ਰੋਕ ਲਈ ਗਈ। ਵਜ਼ੀਰ ਨੂੰ ਪੁੱਛਦਾ ਵੀ ਆ ਇੰਨਾ ਉੱਚਾ ਘਰ ਕਿਸ ਦਾ ਬਈ? ਤਾਂ ਵਜ਼ੀਰ ਕਹਿੰਦਾ ਮਹਾਰਾਜ ਜੀ ਆਪਣੇ ਪਿੰਡ ਦਾ ਜਿਹੜਾ ਨਗਰ ਦਾ ਲੱਕੜਹਾਰਾ ਹੈ ਉਹਦਾ ਘਰ ਹੈ। ਤਾਂ ਰਾਜਾ ਕਹਿੰਦਾ ਵੀ ਇਹ ਪਾਗਲ ਹੋ ਗਿਆ, ਇੰਨਾ ਉੱਚਾ ਘਰ ਬਣਾ ਬੈਠਾ ਹੈ, ਕੱਲ੍ਹ ਨੂੰ ਭੁਚਾਲ ਆਉਂਦਾ, ਨਾਲੇ ਆਪ ਮਰੇਗਾ, ਘਰ ਡਿੱਗੇਗਾ, ਨਾਲੇ ਗਵਾਂਢੀਆਂ ਨੂੰ ਮਾਰੇਗਾ, ਅਤੇ ਇਹਨੂੰ ਬੋਲੋ ਵੀ ਇਹ ਘਰ ਹੇਠਾਂ ਨੀਵਾਂ ਬਣਾਏ। ਵਜ਼ੀਰ ਕਹਿੰਦਾ ਜੀ ਠੀਕ ਹੈ। ਪਰ ਵਜ਼ੀਰ ਦੇ ਮਨ ਦੇ ਅੰਦਰ ਇਹ ਵਿਚਾਰ ਵਾਰ-ਵਾਰ ਪੈਦਾ ਹੋ ਰਹੀ ਹੈ ਵੀ ਘਰ ਤੇ ਪਹਿਲਾਂ ਵੀ ਉੱਚੇ ਸੀਗੇ, ਠੀਕ ਹੈ, ਇਹਦਾ ਘਰ ਕੋਈ 2 ਫੁੱਟ ਉੱਚਾ ਹੈ ਜ਼ਿਆਦਾ, ਅਤੇ ਰਾਜੇ ਨੇ ਐਸਾ ਕਿਉਂ ਕਿਹਾ? ਪਰ ਹੁਣ ਰਾਜੇ ਨੇ ਕਹਿ ਦਿੱਤਾ ਤਾਂ ਹੋਏਗਾ। ਅਗਲੇ ਦਿਨ ਵਜ਼ੀਰ ਜਿਹੜਾ ਹੈ ਉਹ ਲੱਕੜਹਾਰੇ ਦੇ ਪਾਸ ਆਉਂਦਾ ਹੈ, ਅਤੇ ਲੱਕੜਹਾਰੇ ਨੂੰ ਆ ਕੇ ਕਹਿੰਦਾ ਹੈ ਕਿ ਆਹ ਗੱਲ ਹੋਈ ਹੈ, ਰਾਜੇ ਨੇ ਆਹ ਗੱਲ ਕਹੀ ਹੈ, ਅਤੇ ਤੈਨੂੰ ਘਰ ਢਾਣਾ ਪੈਣਾ। ਹੁਣ ਜਦੋਂ ਹੀ ਉਸਨੇ ਗੱਲ ਸੁਣੀ, ਉਹ ਤੇ ਉੱਚੀ ਉੱਚੀ ਰੋਣ ਲੱਗ ਪਿਆ। ਉਹ ਕਹਿੰਦਾ ਮਹਾਰਾਜ ਮੈਂ ਤੇ ਪਹਿਲਾਂ ਹੀ ਬਰਬਾਦ ਹੋਇਆ ਪਿਆ ਵਾਂ, ਮੇਰਾ ਘਰ ਗਿਰਵੀ ਹੈ, ਅਤੇ ਮੇਰੀ ਪਤਨੀ ਦੇ ਜਿਹੜੇ ਗਹਿਣੇ ਗੱਟੇ ਨੇ ਉਹ ਵੀ ਗਿਰਵੀ ਪਏ ਹੋਏ ਨੇ, ਅਤੇ ਜੇ ਹੁਣੀ ਮੈਂ ਘਰ ਬਣਾਇਆ ਕੁਝ ਮਹੀਨੇ ਪਹਿਲਾਂ, ਅਤੇ ਮੈਂ ਇਹਨੂੰ ਢਾਹ ਦਿੱਤਾ ਅਤੇ ਮੈਂ ਤਾਂ ਬਰਬਾਦ ਹੋ ਜਾਵਾਂਗਾ। ਤਾਂ ਵਜ਼ੀਰ ਪੁੱਛਦਾ ਵੀ ਤੂੰ ਇਹ ਸਭ ਕੁਝ ਗਿਰਵੀ ਕਿਉਂ ਰੱਖਿਆ? ਕਹਿੰਦਾ ਜੀ ਮੈਂ ਲੱਕੜਾਂ ਖਰੀਦੀਆਂ ਸਨ। ਲੱਕੜਾਂ ਕਿਸ ਲਈ ਖਰੀਦੀਆਂ ਸਨ? ਉਹਨੇ ਰੋਂਦੇ ਰੋਂਦੇ ਸਾਰਾ ਸੱਚ ਕਹਿ ਦਿੱਤਾ ਕਿ ਆਹ ਗੱਲ ਬਣੀ ਹੈ, ਮੈਂ ਤੇ ਰਾਜੇ ਦੇ ਸੰਸਕਾਰ ਵਾਸਤੇ ਲੱਕੜਾਂ ਖਰੀਦੀ ਬੈਠਾ। ਹੁਣ ਵਜ਼ੀਰ ਜਿਹੜਾ ਹੈ ਉਹ ਥੋੜ੍ਹਾ ਧਾਰਮਿਕ ਵਿਚਾਰਾਂ ਦਾ ਮਾਲਕ ਸੀਗਾ, ਅਤੇ ਥੋੜ੍ਹਾ ਦਇਆਵਾਨ ਸੀਗਾ, ਅਤੇ ਜਦੋਂ ਇਹ ਗੱਲ ਉਹਦੇ ਨਾਲ ਹੋਈ, ਅਤੇ ਵਜ਼ੀਰ ਕਹਿਣ ਲੱਗਾ ਵੀ ਆਹ ਗੱਲ ਹੈ, ਅਤੇ ਫਿਰ ਇਸ ਤਰ੍ਹਾਂ ਕਰ ਹੁਣ
ਇਹ ਲੱਕੜਾਂ ਮੈਂ ਖਰੀਦ ਲਾਂਗਾ ਤੇ ਤੂੰ ਸਵੇਰੇ ਸ਼ਾਮ ਰਾਜੇ ਦੇ ਭਲੇ ਲਈ ਅਰਦਾਸ ਕਰਿਆ ਕਰ। ਹੁਣ ਉਹਨੇ ਸਵੇਰੇ ਸ਼ਾਮ ਰਾਜੇ ਦੇ ਭਲੇ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਹੁਣ ਇੱਕ ਗੱਲ ਧਿਆਨ ਰੱਖਿਓ, ਰਾਜੇ ਨੂੰ ਨਾ ਤੇ ਪਹਿਲਾਂ ਪਤਾ ਹੈ ਵੀ ਉਹਦੇ ਬਾਰੇ ਕੋਈ ਮਾੜਾ ਸੋਚਦਾ ਪਿਆ ਤੇ ਨਾ ਹੀ ਉਹਨੂੰ ਹੁਣ ਪਤਾ ਹੈ ਬਈ ਉਹਦੇ ਬਾਰੇ ਕੋਈ ਚੰਗਾ ਸੋਚਦਾ ਪਿਆ। ਪਰ ਕੁਝ ਵਕਤ ਲੰਘਿਆ, ਕੋਈ 2-2.5 ਮਹੀਨੇ ਲੰਘੇ ਤੇ ਰਾਜੇ ਨੇ ਫਿਰ ਦੁਬਾਰਾ ਚੱਕਰ ਲਾਇਆ। ਔਰ ਕਮਾਲ ਦੀ ਗੱਲ ਇਹ ਹੈ ਕਿ ਸਾਰਾ ਨਗਰ ਜਦੋਂ ਘੁੰਮਾਏ, ਅਖੀਰ ਜਦੋਂ ਉਸ ਲੱਕੜਹਾਰੇ ਦਾ ਘਰ ਆਇਆ ਤੇ ਰਾਜੇ ਨੇ ਫਿਰ ਕਿਹਾ ਵੀ ਇੱਥੇ ਗੱਡੀ ਰੋਕੋ। ਫਿਰ ਵਜ਼ੀਰ ਨੂੰ ਪੁੱਛਿਆ ਘਰ ਕਿਸ ਦਾ ਹੈ, ਤੋ ਲੱਕੜਹਾਰੇ ਨੂੰ ਰਾਜੇ ਨੂੰ ਜਵਾਬ ਮਿਲਦਾ ਵਜ਼ੀਰ ਵੱਲੋਂ ਕਿ ਇਹ ਲੱਕੜਹਾਰੇ ਦਾ ਘਰ ਹੈ। ਤੋ ਰਾਜਾ ਕਹਿੰਦਾ ਹੈ ਵੀ ਕਮਾਲ ਕਰ ਦਿੱਤੀ ਇਸ ਬੰਦੇ ਨੇ ਬਈ, ਇੰਨਾ ਸ਼ਾਨਦਾਰ ਮਕਾਨ ਬਣਾਇਆ, ਇੰਨਾ ਉੱਚਾ ਮਕਾਨ ਬਣਾਇਆ। ਤੋ ਇਸ ਬੰਦੇ ਨੂੰ ਬੁਲਾਓ, ਕਿਉਂਕਿ ਇੰਨੀਆਂ ਉੱਚੀਆਂ ਉੱਚੀਆਂ ਇਮਾਰਤਾਂ ਜਿਹੜੀਆਂ ਨੇ ਉਹੀ ਸਾਡੇ ਨਗਰ ਦੀ ਸ਼ਾਨ ਵਧਾਉਂਦੀਆਂ ਨੇ। ਤੋ ਇਹਨੂੰ ਬੁਲਾਓ ਰਾਜ ਮਹਿਲ ਦੇ ਅੰਦਰ, ਇਹਦਾ ਬਣਦਾ ਸਤਿਕਾਰ ਕਰੋ। ਹੁਣ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਕਹਾਣੀ ਸਮਝ ਪੈ ਗਈ ਹੋਏਗੀ। ਜੋ ਉਹ ਬੰਦਾ ਸੋਚਦਾ ਸੀ ਲੱਕੜਹਾਰਾ, ਜੋ ਉਹਦੇ ਮਨ 'ਚ ਵਿਚਾਰ ਸੀਗੇ, ਬੇਸ਼ੱਕ ਰਾਜੇ ਨੂੰ ਇਸ ਗੱਲ ਦਾ ਨਹੀਂ ਪਤਾ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਵਿਚਾਰ ਰਾਜੇ ਤੱਕ ਪਹੁੰਚਦੇ ਸੀ। ਅਗਰ ਪਹੁੰਚਦੇ ਸੀਗੇ ਤਾਂ ਹੀ ਰਾਜੇ ਨੇ ਪਹਿਲੀ ਵਾਰੀ ਕਿਹਾ ਵੀ ਇਹਦਾ ਘਰ ਢਵਾ ਦਿਓ, ਤੇ ਦੂਜੀ ਵਾਰੀ ਪਹੁੰਚੇ ਤਾਂ ਹੀ ਤੇ ਰਾਜੇ ਨੇ ਗੱਲ ਕਹੀ ਵੀ ਇਹਦਾ ਘਰ ਜਿਹੜਾ ਹੈ ਬੜਾ ਸ਼ਾਨਦਾਰ ਹੈ। ਤੋ ਇਹ ਗੱਲ ਧਿਆਨ 'ਚ ਰੱਖਿਓ ਤੁਸੀਂ ਕਿ ਜਿਹੜਾ ਤੁਹਾਡੇ ਮਨ 'ਚ ਚੱਲਦਾ ਨਾ ਉਹ ਤੁਹਾਡੇ ਤੱਕ ਸੀਮਿਤ ਨਹੀਂ ਰਹਿੰਦਾ, ਉਹ ਫੈਲਦਾ ਹੈ। ਅਗਰ ਤੁਸੀਂ 1 ਹਫ਼ਤਾ, 1.5 ਹਫ਼ਤਾ, 2 ਹਫ਼ਤੇ ਕਿਸੇ ਨਾਲ ਨਫ਼ਰਤ ਕਰਦੇ ਹੋ ਮਨ ਹੀ ਮਨ, ਤੇ 2-3 ਹਫ਼ਤਿਆਂ ਬਾਅਦ ਉਹ ਬੰਦਾ ਵੀ ਤੁਹਾਡੇ ਨਾਲ ਨਫ਼ਰਤ ਕਰਨੀ ਸ਼ੁਰੂ ਕਰਦਾ ਹੈਗਾ। ਅਗਰ ਇਸੇ ਤਰ੍ਹਾਂ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਤੇ ਉਹ ਬੰਦਾ ਵੀ ਤੁਹਾਡੇ ਨਾਲ ਪ੍ਰੇਮ ਕਰਨਾ ਸ਼ੁਰੂ ਕਰਦਾ ਹੈਗਾ। ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕਿਤਾਬ ਮੈਂ ਪੜ੍ਹ ਰਿਹਾ ਸੀ, ਸ਼ਾਇਦ ਮੈਨੂੰ ਨਾਮ ਕਨਫਰਮ ਨਹੀਂ ਹੈ, ਉਹ ਸ਼ਾਇਦ ਸਰਬੱਤ ਦਾ ਭਲਾ ਸੀਗਾ ਕਿਤਾਬ ਦਾ ਨਾਮ। ਤੇ ਉਸ ਕਿਤਾਬ ਦੇ ਅੰਦਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੋ ਤੁਸੀਂ ਸੋਚਦੇ ਹੋ ਤੁਹਾਡੇ ਤੱਕ ਸੀਮਿਤ ਨਹੀਂ ਹੈ, ਉਹ ਅੱਗੇ ਤੱਕ ਪਹੁੰਚਦਾ ਹੈ। ਉਹ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਕਿ ਤੁਸੀਂ ਪਰਾਏ ਦਾ ਬੁਰਾ ਆਪਣੇ ਮਨ 'ਚ ਨਾ ਰੱਖੋ। ਕੀ ਹੋਏਗਾ? ਤੁਮ ਕੋ ਦੁੱਖ ਨਹੀਂ ਭਾਈ ਮੀਤ, ਫਿਰ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ, ਕੋਈ ਪੀੜਾ ਨਹੀਂ ਵਿਆਪੇਗੀ। ਮਾਨਸਿਕ ਤਾਪ ਜਿਹੜਾ ਹੈ ਤੁਸੀਂ ਉਹਦੇ ਤੋਂ ਮੁਕਤ ਹੋ ਜਾਓਗੇ। ਸੋ ਇਸੇ ਕਰਕੇ ਗੁਰਮੁਖੋ, ਕਰਮਾਂ ਕਰਕੇ, ਬਚਨਾ ਕਰਕੇ ਕਿਸੇ ਦਾ ਬੁਰਾ ਕੀ ਕਰਨਾ ਹੈ। ਗੁਰੂ ਸਾਹਿਬ ਤੇ ਕਹਿੰਦੇ ਮਨ ਕਰਕੇ ਵੀ ਕਿਸੇ ਦਾ ਬੁਰਾ ਨਾ ਸੋਚੋ, ਹਮੇਸ਼ਾ ਭਲੇ ਦੀ ਕਾਮਨਾ ਕਰੋ। ਔਰ ਇਹ ਗੱਲ ਧਿਆਨ 'ਚ ਰੱਖਿਓ ਕਿ ਬੀਜ ਤੁਹਾਡਾ ਮਨ ਹੈ, ਅਗਰ ਤੁਸੀਂ ਸੋਚ ਲਿਆ ਤਾਂ ਉਹੀ ਤੁਹਾਡੇ ਕਰਮ ਬਣਨਗੇ, ਉਹੀ ਗੁਰਮੁਖ ਪਿਆਰਿਓ ਤੁਹਾਡਾ ਵਿਵਹਾਰ ਬਣੇਗਾ। ਇਸੇ ਕਰਕੇ ਤੇ ਸਤਿਗੁਰੂ ਕਹਿੰਦੇ ਬਟਕ ਬੀਜ ਮੈਂ ਰੱਬ ਰਹੋ ਜਾ ਕੋ 3 ਲੋਕ ਵਿਥਾਰ। ਦੇਖੋ ਨਾ, ਇੱਕ ਛੋਟਾ ਜਿਹਾ ਬੀਜ ਹੈ ਔਰ ਕੌਣ ਜਾਣਦਾ ਵੀ ਉਸ ਦੇ ਅੰਦਰ ਇੰਨਾ ਵੱਡਾ ਰੁੱਖ ਛਿਪਿਆ ਹੋਇਆ ਹੈ। ਜਦੋਂ ਤੁਸੀਂ ਰੁੱਖ ਨੂੰ ਦੇਖਦੇ ਹੋ ਤੇ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਵੀ ਕਦੀ ਇਹ ਛੋਟੇ ਜਿਹੇ ਬੀਜ ਦੇ ਅੰਦਰ ਸੀਗਾ, ਪਰ ਅਸਲ ਮਾਇਨਿਆਂ ਦੇ ਅੰਦਰ ਉਹੀ ਬੀਜ ਜਿਹੜਾ ਹੈ ਉਹ ਰੁੱਖ ਬਣਿਆ ਹੈ। ਇਸੇ ਤਰ੍ਹਾਂ ਗੁਰਮੁਖੋ, ਜਿਹੜਾ ਤੁਹਾਡੇ ਅੰਦਰ ਹੈ ਉਹ ਵਕਤ ਪਾ ਕੇ, ਸਮਾਂ ਪਾ ਕੇ ਪ੍ਰਗਟ ਹੁੰਦਾ ਹੈ। ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ। ਇਸੇ ਕਰਕੇ ਭਾਈ ਖਿਆਲ ਰੱਖਣਾ ਹੈ, ਆਪਣੇ ਮਨ ਨੂੰ ਪਵਿੱਤਰ ਰੱਖਣਾ ਹੈ ਔਰ ਕੋਸ਼ਿਸ਼ ਕਰਨੀ ਹੈ ਕਿ ਕਦੀ ਵੀ ਤੁਹਾਡੀ ਚਿਤਵਣੀ ਜਿਹੜੀ ਹੈ ਬੁਰੇ ਪਾਸੇ ਨਾ ਚੱਲੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।